ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਵਰਨ ਜਾਤ, ਹਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਅਕਾਲ ਪੁਰਖ ਕੀ ਰਛਾ ਹਮਨੈ, ਸਰਬ ਲੋਹ ਦੀ ਰਛਿਆ ਹਮਨੈ। ਸਰਬ ਕਾਲ ਜੀ ਦੀ ਸਦਾ ਰਛਿਆ ਹਮਨੈ, ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਧਨ ਜੀਓ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਧੀਰਜ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੈ। ਗਿਆਨਹਿ ਕੀ ਵੱਢਣੀ ਮਨਹੁ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪਰਿਆਤ ਛੰਦ, ਤਹਾ ਸਾਹ ਸ੍ਰੀ ਸਾਹ ਸੰਗਰਾਮ ਕੋਪੇ। ਪੰਚਾ ਬੀਰ ਬੰਕੇ, ਪ੍ਰਿਥੀ ਪਾਏ ਰੋਪੇ। ਹਠੀ ਜੀਤ ਮੱਲੰ, ਸੋ ਗਾਜੀ ਗੁਲਾਬੰ। ਰਣੰ ਦੇਖੀਐ ਰੰਗ, ਰੂਪੰ ਸੁਹਾਬੰ। ਤਹਾ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਤੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਬਾਣੀ ਸਰੂਪ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵਡਭਾਗੀ ਹੋ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ, ਸਤਸੰਗ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੰਧਿਆ ਦੇ ਸਮੇਂ ਦੇ ਦੀਵਾਨ ਸੱਜੇ ਹੈ। ਆਪ ਸੰਗਤਾਂ ਨੇ ਬਾਣੀ ਪੜ੍ਹੀ ਸੁਣੀ ਹੈ, ਸਿਮਰਨ ਆਦਿਕ ਸੇਵਾਵਾਂ ਕਰਕੇ ਲਾਹੇ ਰਹੇ ਹੈ। ਜੋ ਗੁਰੂ ਮਹਾਰਾਜ ਦਸਮ ਪਿਤਾ ਜੀ ਦੀ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰੀ ਹੋਈ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਹੈ, ਉਸ ਵਿੱਚ ਜੋ ਬਚਿੱਤਰ ਨਾਟਕ ਬਾਣੀ, ਜਿਸ ਵਿੱਚ ਮਹਾਰਾਜ ਜੀ ਨੇ ਆਪਣੇ ਕਥਾ ਲਿਖੀ ਹੋਈ ਹੈ, ਅਤੇ ਉਸ ਸਾਧ ਸੰਗਤ ਦੀ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਮਹਾਰਾਜ ਜੀ ਦੀ ਆਪਾਂ ਕੱਲ੍ਹ ਕਥਾ ਸਰਵਣ ਕਰ ਰਹੇ ਸਾਂ ਕਿ ਸਤਿਗੁਰੂ ਜੀ ਦਾ ਅਵਤਾਰ ਪਟਨਾ ਸ਼ਹਿਰ ਵਿਖੇ ਹੋਇਆ। ਪਟਨਾ ਸ਼ਹਿਰ ਤੋਂ ਗੁਰੂ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ। ਫਿਰ ਇੱਥੇ ਆ ਕੇ ਬਹੁਤ ਮਹਾਰਾਜ ਜੀ ਕਹਿੰਦੇ ਕੌਤਕ ਦੇਖੇ, ਵੇਖੇ, ਕੀਤੇ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋਈ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੱਦੀ 'ਤੇ ਸੁਭਾਏਮਾਨ ਹੋਏ, ਅਤੇ ਸਤਿਗੁਰੂ ਕਹਿੰਦੇ ਵੀ ਅਸੀਂ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਜਿਹੜਾ ਹੈ ਬਹੁਤ ਸ਼ਿਕਾਰ ਕੀਤੇ, ਜਿਸ ਕਰਕੇ ਬੇਅੰਤ ਜੀਵਾਂ ਦਾ ਉਧਾਰ ਕੀਤਾ। ਫਿਰ ਅਸੀਂ ਇੱਥੋਂ ਹੀ ਜਿਹੜਾ ਹੈ ਪੌਂਟਾ ਸ਼ਹਿਰ ਵਸਾਇਆ, ਜਾ ਕੇ ਨਾਹਨ ਦੇ ਰਾਸਤ ਵਿੱਚ ਮੇਦਨੀ ਪ੍ਰਕਾਸ਼ ਕੋਲ ਜਾ ਕੇ ਉੱਥੇ ਰਹਿੰਦਿਆਂ ਹੀ ਜਿਹੜਾ ਹੈ ਇਹ ਫਤਿਹ ਸ਼ਾਹ ਜੋ ਭੀਮ ਚੰਦ ਦਾ ਕੁੜਮ ਸੀ, ਅਤੇ ਭੀਮ ਚੰਦ ਨੇ ਗੁਰੂ ਸਾਹਿਬ ਜੀ ਤੋਂ ਪੰਚ ਕਲਾ ਸ਼ਸਤਰ, ਪ੍ਰਸਾਦੀ ਹਾਥੀ, 2.5 ਲੱਖ ਵਾਲਾ ਤੰਬੂ ਗੁਰੂ ਸਾਹਿਬ ਜੀ ਤੋਂ ਮੰਗਿਆ ਸੀ। ਮਹਾਰਾਜ ਜੀ ਨੇ ਮਨ੍ਹਾ ਕੀਤਾ, ਦਿੱਤਾ ਨਹੀਂ, ਕਿਉਂਕਿ ਇਹਦੀ ਨੀਤੀ ਇਹ ਮਾੜੀ ਸੀ ਕਿ ਜੇ ਮੈਂ ਇੱਕ ਵਾਰ ਲੈ ਲਿਆ ਤਾਂ ਗੁਰੂ ਸਾਹਿਬ ਨੂੰ ਮੋੜਨਾ ਨਹੀਂ ਹੈ, ਗੁਰੂ ਕੀ ਕਰ ਲੈਣਗੇ ਮੈਨੂੰ। ਪਰ ਗੁਰੂ ਮਹਾਰਾਜ ਹੁਣ ਅੰਤਰਜਾਮੀ ਇਹ ਸਭ ਜਾਣਦੇ, ਦਿੱਤੀਆਂ ਇਹਨਾਂ ਚੀਜ਼ਾਂ। ਭੀਮ ਚੰਦ ਦਾ ਰਿਸ਼ਤਾ ਫਤਿਹ ਸ਼ਾਹ ਨਾਲ ਜੁੜਿਆ, ਅਤੇ ਫਤਿਹ ਸ਼ਾਹ ਦੇ ਨਾਲ ਭੀਮ ਚੰਦ ਦਾ ਰਿਸ਼ਤਾ ਜੁੜਨੇ ਕਰਕੇ ਜੋ ਫਤਿਹ ਸ਼ਾਹ ਗੁਰੂ ਸਾਹਿਬ ਦੀ ਸ਼ਰਧਾ ਰੱਖਦਾ ਸੀ, ਡਰਦਾ, ਪਰ ਹੁਣ ਕੁੜਮ ਦਾ ਮਾਰਿਆ, ਕੁੜਮ ਦਾ ਸਿਖਾਇਆ ਆਪਣੀ ਧੀ ਨੂੰ ਕਿ ਮੇਰੀ ਧੀ ਸੁਖੀ ਸਾਂਦ ਵਸੇ ਭੀਮ ਚੰਦ ਦੇ ਘਰ, ਅਤੇ ਗੁਰੂ ਸਾਹਿਬ ਜੀ ਨੇ ਜੰਗ ਸ਼ੁਰੂ ਕਰ ਲਈ, ਛੇੜ ਲਈ। ਮਹਾਰਾਜ ਕਹਿੰਦੇ ਫਤਿਹ ਸ਼ਾਹ ਕੋ ਪਾਤਬ ਰਾਜਾ, ਲੋਹ ਪਰਾ ਹਮਸੋ ਬਿਨ ਕਾਜਾ, ਵੀ ਬਿਨਾਂ ਕੰਮ 'ਤੇ ਅਚਨਚੇਤੀ। ਐਵੇਂ ਨਾ ਕੋਈ ਗੱਲਬਾਤ ਸੀ ਹੋਈ, ਅਤੇ ਫਤਿਹ ਸ਼ਾਹ ਭੀਮ ਚੰਦ ਦੇ ਮਗਰ ਲੱਗ ਕੇ ਸਾਡੇ ਨਾਲ ਜਿਹੜਾ ਕ੍ਰੋਧ ਕਰਕੇ ਅਤੇ ਚੜ੍ਹਾਈ ਕਰਕੇ ਆ ਗਿਆ ਇੱਥੇ ਪੌਂਟਾ ਸਾਹਿਬ ਦੇ ਨੇੜੇ। ਫਿਰ ਸਾਡੀ ਜਿਵੇਂ ਜੰਗ ਹੋਈ, ਸਾਡਾ ਲੋਹਾ ਦੇ ਨਾਲ ਪਿਆ ਪੂਰਾ, ਉਹਦੇ ਨਾਲ ਪੂਰਾ ਜਿਵੇਂ ਯੁੱਧ ਹੋਇਆ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਇਸ ਪ੍ਰਸੰਗ ਵਿੱਚ ਜੰਗ ਦਾ ਹਾਲ ਆਪਣੀ ਕਲਮ ਦੇ ਰਾਹੀਂ ਮੁਖਾਰਬਿੰਦ ਤੋਂ ਉਚਾਰ ਕੇ ਲਿਖ ਰਹੇ ਹੈ। ਆਓ ਆਪਾਂ ਕਥਾ ਵਿਚਾਰ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪਰਿਆਤ ਛੰਦ ਤਾਹਾ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ। ਇਹ ਜਿਹੜੀ ਜੰਗ ਪੌਂਟਾ ਸਾਹਿਬ 'ਤੇ ਨਹੀਂ ਹੋਈ, ਇਹ ਪੌਂਟਾ ਸਾਹਿਬ ਤੋਂ ਕੋਈ 5-7 ਕੋਹ 'ਤੇ ਜਿੱਥੇ ਭੰਗਾਣੀ ਸਾਹਿਬ ਨਗਰ ਹੈ, ਜਿੱਥੇ ਭੰਗਾਣੀ ਸਾਹਿਬ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਸਤਿਗੁਰੂ ਜੀ ਦਾ,
ਇਹ ਉੱਥੇ ਦੀ ਜੰਗ ਦਾ ਹਾਲ ਮਹਾਰਾਜ ਲਿਖ ਰਹੇ ਆ, ਭੰਗਾਣੀ ਦੀ ਜੰਗ ਦਾ। ਕਹਿੰਦੇ ਖਾਲਸਾ ਜੀ ਐਵੇਂ ਫਿਰ ਉੱਥੇ ਜੋ ਸ਼ਾਹ ਸੀ, ਸ਼ਾਹਾਂ ਦਾ ਸ਼੍ਰੋਮਣੀ ਸ਼ਾਹ, ਸਾਡੀ ਭੂਆ ਦਾ ਪੁੱਤਰ, ਉਹ ਕੌਣ, ਜਿਹਦਾ ਨਾਂ ਸੀ ਸੰਗੋ ਸ਼ਾਹ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰੀ ਬੀਬੀ ਵੀਰੋ ਜੀ, ਬੀਬੀ ਵੀਰੋ ਜੀ ਦੇ ਅੱਗੇ ਜੋ ਪੁੱਤਰ ਹੋਏ ਹੈ, ਅਤੇ ਇਹ ਸੰਗੋ ਸ਼ਾਹ ਇਹਨਾਂ ਦਾ ਪੁੱਤਰ ਸੀ, ਅਤੇ ਗੁਰੂ ਸਾਹਿਬ ਦਾ ਭਰਾ ਹੀ ਲੱਗਾ। ਭੂਆ ਦਾ ਪੁੱਤਰ ਭਰਾ ਹੀ ਹੁੰਦਾ, ਇਹ ਭਰਾ ਲੱਗਾ ਮਹਾਰਾਜ ਜੀ ਦਾ। ਅਤੇ ਕਹਿੰਦੇ ਵੀ ਉੱਥੇ ਜੋ ਸ਼ਾਹ, ਸ੍ਰੀ ਸ਼ਾਹ, ਜੋ ਸ਼ਾਹਾਂ ਦਾ ਸ਼੍ਰੋਮਣੀ ਸ਼ਾਹ ਭਾਵ ਸੰਗੋ ਸ਼ਾਹ, ਜਾਂ ਉਹਨੂੰ ਖਿਤਾਬ ਮਿਲਿਆ ਸੀ ਜਿਹੜਾ ਵੀ ਘੋੜੇ ਹੈ, ਘੋੜ ਸਵਾਰ ਦਾ ਜੋ ਬਾਦਸ਼ਾਹ ਸੀ ਸੰਗੋ ਸ਼ਾਹ, ਉਹ ਸੰਗੋ ਸ਼ਾਹ ਸੰਗਰਾਮ ਜੰਗ ਦੇ ਵਿੱਚ ਬਹੁਤ ਕ੍ਰੋਧਵਾਨ ਹੋਇਆ, ਬੜਾ ਗੁੱਸੇ ਵਿੱਚ ਆਇਆ, ਵੀਰ ਰਸ ਵਿੱਚ ਹੋ ਕੇ ਲੜਿਆ। ਪੰਚੋ ਵੀਰ ਬੰਕੇ ਪ੍ਰਿਥੀ ਪਾਏ ਰੋਪੇ। ਇੱਥੇ ਚੱਚੇ ਹੋੜਾ ਹੈ, ਪੰਚੋ ਵੀਰ, ਤੇ ਪੰਜੇ ਵੀਰ ਭਾਵ ਪੰਜੇ ਸੂਰਬੀਰ ਮੇਰੀ ਸਾਡੀ ਭੂਆ ਦੇ ਪੁੱਤਰ, ਬਹੁਤ ਬੰਕੇ ਜਵਾਨ, ਤਗੜੇ ਸ਼ੈਨ ਸ਼ਬੀਲੇ, ਤੇ ਜਿਨ੍ਹਾਂ ਨੇ ਪ੍ਰਿਥੀ ਪਰ ਪਾਏ, ਧਰਤੀ ਦੇ ਉੱਪਰ ਆਪਣੇ ਚਰਨ ਜਿਹੜੇ ਰੋਪੇ ਐ ਗੱਡ ਕੇ ਖਲੋ ਗਏ, ਚਰਨ ਆਪਣੇ ਟਿਕਾ ਕੇ ਰੋਕੇ ਐ, ਜਮਾ ਲਿਆ ਧਰਤੀ ਵਿੱਚ ਪੈਰ ਆਪਣੇ। ਹਠੀ ਜੀਤ ਮੱਲੰ ਸੋ ਗਾਜੀ ਗੁਲਾਬੰ। ਤੇ ਜੀਤ ਮੱਲ ਦੂਸਰਾ ਪੁੱਤਰ, ਜਿਹਨੂੰ ਹਠੀ ਦਾ ਖਿਤਾਬ ਦਿੱਤਾ ਸੀ, ਬੜਾ ਹਠੀਆ ਭਾਵ ਜਿਦੀਆ ਸੂਰਮਾ ਸੀ। ਹਠੀ ਜੀਤ ਮੱਲ ਸੋ ਗਾਜੀ ਗੁਲਾਬੰ, ਤੇ ਗੁਲਾਬ ਚੰਦ ਨੂੰ ਦਿੱਤਾ ਖਿਤਾਬ ਗਾਜੀ ਦਾ। ਗਾਜੀ ਭਾਵ ਸੂਰਮਾ, ਸੂਰਮਾ ਜੋ ਗੁਲਾਬ ਚੰਦ ਸੀ। ਰਣੰ ਦੇਖੀਆ ਰੰਗ ਰੂਪੰ ਸਹਾਬੰ। ਇਹਨਾਂ ਸੂਰਮਿਆਂ ਨੇ ਜੋ ਰਣੰ ਕਹੀਏ ਭੰਗਾਣੀ ਦਾ ਯੁੱਧ ਦੇਖਿਆ, ਜੰਗ ਹੁੰਦਾ ਦੇਖਿਆ ਉੱਥੇ। ਤੇ ਸਹਾਬੰ ਜਿਹੜਾ ਕੁਸੁੰਬੇ ਦਾ ਰੰਗ ਹੁੰਦਾ ਨਾ, ਲਾਲ, ਉਹ ਲਾਲ ਹੁੰਦਾ ਕੁਸੁੰਬੇ ਦਾ ਰੰਗ। ਐਵੇਂ ਆਪਣੇ ਜਿਹੜੇ ਰੂਪ ਦਾ ਰੰਗ ਲਾਲ ਕਰ ਲਿਆ, ਲਾਲੀਆਂ ਭਖਣ ਲੱਗ ਪਈਆਂ ਚਿਹਰਿਆਂ ਦੇ ਉੱਪਰ, ਲਾਲੋ ਲਾਲ ਹੋ ਗਿਆ ਰੂਪ, ਨੇਤਰ ਲਾਲ ਕਰ ਲਏ ਗਾਜੀ ਗੁਲਾਬ ਨੇ, ਹੱਠੀ ਜੀਤ ਮੱਲ ਨੇ। ਇਸੇ ਤਰ੍ਹਾਂ ਸੰਗੋ ਸ਼ਾਹ ਨੇ, ਪੰਜੇ ਸੂਰਬੀਰਾਂ ਭੂਆ ਦੇ ਪੁੱਤਰਾਂ ਨੇ। ਹਠਿਓ ਮਾਹਰੀ ਚੰਦਾ ਹਠਿਓ ਮਾਹਰੀ ਚੰਦਯੰ ਗੰਗਰਾਮੰ। ਗੰਗਰਾਮੰ, ਤੇ ਚੌਥਾ ਮਾਰੀ ਚੰਦ, ਉਹ ਵੀ ਬੜਾ ਹਠੀਲਾ ਜਵਾਨ ਸੂਰਮਾ। ਪੰਜਵਾਂ ਗੰਗਾ ਰਾਮ, ਇਹ ਜਿਹੜੇ ਹਠੀ ਸੂਰਮੇ ਸਨ। ਜਿਨ੍ਹਾਂ ਕੀਤੀਅੰ ਜਿੱਤੀਅੰ ਫੌਜ ਤਾਮੰ। ਜਿਨ੍ਹਾਂ ਨੇ ਕਿੰਨੀ ਜਿਹੜੀ ਫੌਜ ਨਾ ਜਿੱਤ ਜੁੱਤ ਲਈ, ਫੌਜ ਜਿੱਤ ਕੇ ਤੇ ਤਾਮੰ ਟੋਟੇ ਟੋਟੇ ਕਰ ਦਿੱਤੇ। ਆ ਤਾਮੰ ਕਹੀਦਾ ਜਿਹੜੇ ਮਾਸ ਦਾ ਕੋਈ ਟੋਟਾ ਹੁੰਦਾ, ਟੁਕੜੇ ਬੋਟੀਆਂ, ਤੇ ਉਹਨਾਂ ਨੂੰ ਕਹੀਦਾ ਤਾਮੰ। ਤੇ ਜਿਹੜੇ ਕੋਈ ਜਾਨਵਰ ਖਾਣ ਵਾਲੇ ਹੁੰਦੇ ਮਾਸ, ਉਹਨਾਂ ਵਾਸਤੇ ਇਹ ਖਾਣ ਦਾ ਪ੍ਰਬੰਧ ਕੀਤਾ ਇਹਨਾਂ ਪੰਜਾਂ ਸੂਰਬੀਰਾਂ ਨੇ। ਜਿਹਨੇ ਕੀਤੀਅੰ ਜਿੱਤੀਅੰ ਫੌਜ ਤਾਮੰ, ਭਾਵ ਜਿਨ੍ਹਾਂ ਨੇ ਬਹੁਤ ਫੌਜ ਨੂੰ ਜਿੱਤ ਕੇ ਕਿੰਨਿਆਂ ਨੂੰ ਤਾਮੰ ਆ ਟੋਟੇ ਟੋਟੇ ਕਰਕੇ ਤੇ ਕੀਮਾ ਕੀਮੇ ਵਾਂਗ ਕਰ ਦਿੱਤੇ। ਜਿਵੇਂ ਭੁੰਨੇ ਹੋਏ ਕੀਮਾ ਹੁੰਦਾ ਨਾ, ਐਵੇਂ ਕੀਮੇ ਵਾਂਗ ਕਰ ਦਿੱਤੇ, ਬੋਟੀ ਬੋਟੀ ਕਰ ਦਿੱਤੀ। ਕੁਬੇ ਲਾਲ ਚੰਦੰ ਕੀਏ ਲਾਲ ਰੂਪੰ। ਤੇ ਭਾਈ ਬਿਧੀ ਚੰਦ ਦੇ ਪੁੱਤਰ ਲਾਲ ਚੰਦ ਜੀ, ਉਹ ਵੀ ਬੜਾ ਕੁਬੇ, ਬੜਾ ਗੁੱਸੇ ਵਿੱਚ ਹੋਇਆ, ਲਾਲ ਤੇ ਕੀਏ ਲਾਲ ਰੂਪੰ, ਆਪਣਾ ਰੂਪ ਲਾਲ ਕਰ ਲਿਆ। ਐ ਲਾਲੀਆਂ ਭਖਣ ਲੱਗ ਪਈਆਂ ਜੰਗ ਵਿੱਚ, ਨੇਤਰ ਲਾਲ ਕਰ ਲਏ। ਜਿਨ੍ਹਾਂ ਗੰਜੀਅੰ ਗਰਭ ਸਿੰਘੰ ਅਨੂਪੰ। ਜਿਸ ਲਾਲ ਚੰਦ ਨੇ ਬਹੁਤ ਜਿਹੜੇ ਬਹੁਤਿਆਂ ਸ਼ੇਰਾਂ ਦੇ ਜਿਹੜੇ ਹੰਕਾਰ ਹੈ ਉਹ ਨਾਸ ਕੀਤੇ, ਹੰਕਾਰ ਤੋੜੇ ਸਨ। ਕੁਪਿਓ ਮਾਹਰੂ ਕਾਹਰੂ ਰੂਪ ਧਾਰੇ। ਜਾਂ ਜਿਹਨੇ ਗੰਜੀਆਂ ਗਰਭ ਸਿੰਘੰ ਅਨੂਪੰ, ਵੀ ਜਿਸ ਦੀ ਗਰਜ ਨੇ ਸ਼ੇਰਾਂ ਦਾ ਵੀ ਹੰਕਾਰ ਜਾ ਤੋੜ ਦਿੱਤਾ ਸੀ। ਕੁਪਿਓ ਮਾਹਰੂ ਕਾਹਰੂ ਰੂਪ ਧਾਰੇ। ਇਸੇ ਤਰ੍ਹਾਂ ਜਿਹੜਾ ਮਾਹਰੂ ਹੈ, ਮਾਹੀ ਲਾਲ ਚੰਦ, ਤੇ ਜਾਂ
ਵੀ ਮਾਹਰੀ ਚੰਦ ਸੀ ਜੋ ਮਹਾਰਾਜ ਜੀ ਦੀ ਭੂਆ ਦਾ ਪੁੱਤਰ। ਇਸੇ ਤਰ੍ਹਾਂ ਇੱਕ ਮਾਹੀ ਲਾਲ ਚੰਦ ਸੀ, ਉਹ ਵੀ ਬੜਾ ਕੁਪਿਓ ਕ੍ਰੋਧਿਤ ਹੋਇਆ ਹੈ, ਅਤੇ ਕ੍ਰੋਧਿਤ ਹੋ ਕੇ ਉਹਨੇ ਤੇ ਮਾਨੋ ਕਹਿਰ ਦਾ ਰੂਪ ਹੀ ਧਾਰ ਲਿਆ, ਜਿਵੇਂ ਕਹਿਰ ਹੀ ਹੋਣ ਲੱਗਾ ਹੋਵੇ। ਜਿਨੈ ਖਾਨ ਖਾਵਨੀਆਂ ਖੇਤ ਮਾਰੇ, ਜਿਸ ਨੇ ਬੜੇ ਬੜੇ ਖਾਵਨੀਆਂ ਕਹੀਏ ਖੱਬੀ ਖਾਨ, ਜਿਹੜੇ ਖੱਬੀ ਖਾਨ ਬਣੇ ਫਿਰਦੇ ਸੀ ਨਾ ਵੱਡੇ ਵੱਡੇ ਪਠਾਨ, ਉਹ ਤੇ ਉਹਨਾਂ ਨੂੰ ਜਿਸ ਨੇ ਮਾਹਰੀ ਚੰਦ ਨੇ ਜਾਂ ਮਾਹੀ ਲਾਲ ਚੰਦ ਨੇ ਜੰਗ ਦੇ ਮੈਦਾਨ ਵਿੱਚ ਖੱਬੀ ਖਾਨ ਪਠਾਨ ਚੰਗੇ ਮਾਰੇ। ਕੋਪਿਓ ਦੇਵਤੇਸ਼ੰ ਦਇਆ ਰਾਮ ਜੁਦੰ, ਇਧਰੋਂ ਪੁਰੋਹਿਤ ਜੋ ਦਇਆ ਰਾਮ ਤੇ ਦੇਵਤਾ ਰੂਪ, ਉਸ ਨੇ ਵੀ ਜੁਦੰ ਬੜਾ ਕ੍ਰੋਧ ਵਿੱਚ ਹੋ ਕੇ ਜੰਗ ਕੀਤਾ ਕ੍ਰੋਧ ਨਾਲ। ਕੀਓ ਦਰੋਨ ਕੀ ਜੋ ਮਹਾਜੁੱਧ ਸੁਦੰ, ਜਿਵੇਂ ਕਹਿੰਦੇ ਦਰੋਣਾਚਾਰੀਏ ਨੇ ਮਹਾਯੁੱਧ, ਜਿਵੇਂ ਮਹਾਯੋਧੇ ਲੜਦੇ ਸਨ ਮਹਾਭਾਰਤ ਦੇ ਜੰਗ ਵਿੱਚ, ਇਸ ਤਰ੍ਹਾਂ ਸੁੱਧਾਂ ਕਹੀਏ ਚੰਗੀ ਤਰ੍ਹਾਂ ਦਰੋਣਾਚਾਰੀਆਂ ਵਾਂਗ ਜੰਗ ਕੀਤਾ। ਜਿਵੇਂ ਦਰੋਣਾਚਾਰੀਆਂ ਮਹਾਯੁੱਧ ਮਹਾਭਾਰਤ ਦੇ ਯੁੱਧ ਵਿੱਚ ਚੰਗੀ ਤਰ੍ਹਾਂ ਜੰਗ ਕੀਤਾ ਸੀ ਨਾ, ਇਵੇਂ ਜੰਗ ਕੀਤਾ ਇਸ ਦਇਆ ਰਾਮ ਪੁਰੋਹਿਤ ਨੇ। ਕਿਰਪਾਲ ਕੋਪੀਆਂ ਕੁਤ ਕੋ ਸੰਭਾਰੀ, ਜਿਹੜਾ ਕਿਰਪਾਲ ਚੰਦ ਸੀ, ਕਿਰਪਾਲ ਚੰਦ ਉਦਾਸੀ ਜਾਂ ਕਿਰਪਾਲ ਦਾਸ ਸੀ, ਇਹ ਉਦਾਸੀ ਸੀ, ਅਤੇ ਇਹ ਵੀ ਇੱਥੇ ਟੋਲੀ ਆਈ ਹੋਈ ਸੀ। ਅਤੇ ਜਦੋਂ ਇਹ ਕਿਰਪਾਲ ਦਾਸ ਦੀ ਟੋਲੀ ਨੂੰ ਸਤਿਗੁਰੂ ਜੀ ਨੇ ਕਿਹਾ ਜੰਗ ਦੇ ਵੇਲੇ, ਇੱਥੇ ਸਿੱਖਾਂ ਨੂੰ ਕਿਹਾ ਵੀ ਉਹਨਾਂ ਨੂੰ ਕਹੋ ਵੀ ਹੁਣ ਸ਼ਸਤਰ ਬਸਤਰਾਂ ਦੇ ਨਾਲ ਤਿਆਰ ਹੋ ਜਾਣ ਜੰਗ 'ਚ ਹਿੱਸਾ ਪਾਉਣ ਲਈ। ਅਤੇ ਇਹ ਸਾਰੇ ਪੱਤਰੇਬਾਜ਼ ਗਏ ਸਨ, ਨਿਕਲ ਗਏ ਉਦਾਸੀ ਦੇ ਜਿੰਨੇ ਚੇਲੇ ਸਨ। ਅਤੇ ਜੋ ਕਿਰਪਾਲ ਚੰਦ ਉਦਾਸੀ ਸੀ ਵਿਰਾਗੀ, ਇਹ ਨਹੀਂ ਉੱਠਿਆ, ਇਹਦਾ ਆਰਾਮ ਦੇ ਨਾਲ ਸਮਾਧੀ ਲਾ ਕੇ ਉੱਥੇ ਬੈਠਾ ਰਿਹਾ। ਗੁਰੂ ਸਾਹਿਬ ਜੀ ਨੇ ਕਿਹਾ ਵੀ ਜਾਓ ਉਹਨਾਂ ਨੂੰ ਕਹੋ ਵੀ ਤਿਆਰੀ ਕਰ ਲੈਣ, ਅਤੇ ਵੇਖਿਆ ਤਾਂ ਉੱਥੇ ਕੋਈ ਵੀ ਨਹੀਂ, ਇਹ ਕਿਰਪਾਲ ਦਾਸ ਹੀ ਬਸ ਸੀ। ਇਹਨੂੰ ਦੇਖ ਕੇ ਤੋਂ ਚਲੇ ਗਏ ਸਿੱਖ ਮਹਾਰਾਜ, ਉੱਥੇ ਤੇ ਕੋਈ ਨਹੀਂ ਰਹਿ ਗਿਆ, ਸਭ ਨੱਠ ਭੱਜ ਗਏ। ਗੁਰੂ ਸਾਹਿਬ ਕਹਿੰਦੇ ਕੋਈ ਬਚਿਆ ਵੀ ਕਿ ਨਹੀਂ? ਕਹਿੰਦੇ ਮਹਾਰਾਜ ਹਾਂ ਇੱਕ ਬਚਿਆ ਹੈ, ਉਹ ਸਮਾਧੀ ਲਾ ਕੇ ਬੈਠਾ, ਲੱਗਦਾ ਮੁਖੀਆ ਹੈ ਉਹਨਾਂ ਦਾ। ਉਹ ਤਾਂ ਐਵੇਂ ਬੈਠਾ ਜਿਵੇਂ ਕੈਲਾਸ਼ ਪਰਬਤ 'ਤੇ ਸ਼ਿਵ ਜੀ ਭਗਤੀ ਕਰਦਾ ਨਾ ਸਮਾਧੀ ਲਾ ਕੇ, ਇਸੇ ਤਰ੍ਹਾਂ ਹੀ ਉਹ ਬੈਠਾ ਹੋਇਆ ਹੈ। ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਵੀ ਠੀਕ ਹੈ ਭਾਈ, ਅਜੇ ਜੜ ਰਹਿ ਜੇ ਨਾ ਰੁੱਖ ਦੀ ਅਤੇ ਰੁੱਖ ਬਚਿਆ ਰਹਿੰਦਾ, ਉੱਤੋਂ ਕੱਟੇ ਵੱਢੇ ਨਾਲ ਨੂੰ ਕੁਝ ਨਹੀਂ ਹੁੰਦਾ। ਜੇ ਉੱਤੋਂ ਕੱਟਿਆ ਵੱਢਿਆ ਜਾਏ ਰੁੱਖ ਤਾਂ ਉਹ ਫਿਰ ਪੁੰਗਰ ਆਉਂਦਾ, ਪਰ ਜੇ ਜੜ ਪੁੱਟੀ ਜਾਏ ਫਿਰ ਖਤਮ ਹੋ ਜਾਂਦਾ। ਇਵੇਂ ਜੜ ਰਹਿ ਗਈ ਹੈ, ਭਾਵ ਕਿਰਪਾਲ ਚੰਦ ਉਦਾਸੀ ਜੜ ਹੀ ਹੈ, ਉਹ ਰਹਿ ਗਈ। ਉਦਾਸਾਂ ਚੇਲਿਆਂ ਦੀ ਕਿਹੜੀ ਗੱਲ, ਜਿਵੇਂ ਫੁੱਟੇ ਰੁੱਖ ਫੁੱਟ ਆਉਂਦੇ ਆ ਵੱਡੇ, ਇਸੇ ਤਰ੍ਹਾਂ ਚੇਲੇ ਚਾਚੜੇ ਤਾਂ ਹੋਰ ਵੀ ਬਣ ਜਾਣਗੇ, ਪਰ ਜੜ ਤੋਂ ਚਲਿਆ ਗਿਆ ਰੁੱਖ ਫਿਰ ਨਹੀਂ ਪੈਦਾ ਹੁੰਦਾ। ਮਹਾਰਾਜ ਫਿਰ ਇਹਨੂੰ ਜਿਹੜਾ ਹੈ ਵੀ ਇਹਨੂੰ ਤਿਆਰ ਕੀਤਾ, ਅਤੇ ਇਹ ਕਿਰਪਾਲ ਚੰਦ ਉਦਾਸੀ ਨੇ ਜੜਾਵਾਂ ਕੀਤੀਆਂ, ਬੜੇ ਤਗੜੀਆਂ ਜਟਾਵਾਂ ਸੀ ਇਹਦੀਆਂ। ਇੱਕ ਕੁਤਕਾ ਸੀ ਇਹਦੇ ਕੋਲ ਬੈਂਤ, ਜਿਹੜਾ ਬਹੁਤ ਹੀ ਸਵਾਦੀ ਸੀ, ਖੁਰਦਦਾ ਜਿਹਾ ਅਣਘੜਤ ਜਿਹਾ ਸੀ। ਅਤੇ ਕਿਰਪਾਲ ਚੰਦ ਉਦਾਸੀ ਨੇ ਕੋਪਿੰਗ ਬੜੇ ਕ੍ਰੋਧ ਨਾਲ ਵੀਰ ਰਸ ਵਿੱਚ ਹੋ ਕੇ ਕੁਤਕਾ ਸੰਭਾਲਿਆ ਆਪਣਾ। ਹਠੀ ਖਾਨ ਹਯਾਤ ਕੇ ਸੀਸ ਝਾਰੀ, ਕੁਤਕਾ ਸੰਭਾਲ ਕੇ ਜੰਗ ਵਿੱਚ ਆਇਆ ਹੈ। ਜੋ ਹਠੀ ਸੀ ਨਾ ਖਾਨ, ਹਯਾਤ ਖਾਨ, ਇਹਦੇ ਸੀਸ ਦੇ ਉੱਪਰ ਝਾੜਿਆ, ਭਾਵ ਇਹਦੇ ਸਿਰ ਦੇ ਵਿੱਚ ਠਾਹ ਕਰਦਾ ਮਾਰਿਆ। ਇਹ ਹਯਾਤ ਖਾਨ ਲੂਣ ਹਰਾਮੀ ਹੋ ਗਿਆ ਸੀ ਮਹਾਰਾਜ ਦੇ ਘਰ ਦਾ। ਇਹ ਹਯਾਤ ਖਾਨ, ਕਾਲੇ ਖਾਂ, ਭੀਖਣ ਖਾਨ, ਹਯਾਤ ਖਾਂ, ਇਹ ਸਾਰੇ ਔਰੰਗਜ਼ੇਬ ਤੋਂ ਭੱਜ ਕੇ ਆਏ ਸੀ। ਅਤੇ ਪੀਰ ਬੁੱਧੂ ਸ਼ਾਹ ਜੀ ਨੇ ਮਹਾਰਾਜ ਜੀ ਦੇ ਕੋਲ ਲੈਣ 'ਤੇ 100 ਘੋੜਸਵਾਰਾਂ ਦੇ ਮਾਲਕ ਸਨ, ਅਤੇ ਮਹਾਰਾਜ ਜੀ ਪਾਸ ਲੈ ਆਉਂਦੇ ਵੀ ਸੱਚਾ ਪਾਤਸ਼ਾਹ ਜੰਗ ਕਰਨਗੇ। ਗੁਰੂ ਸਾਹਿਬ ਕਹਿੰਦੇ ਵੀ ਇਹਨਾਂ ਕੋਈ ਜੰਗ ਨਹੀਂ ਕਰਨੀ, ਅਤੇ ਭੱਜਣ ਵਾਲੇ ਹੀ ਇਹ ਦਿਸਦੇ, ਜੰਗ ਤੇ ਕਰੂ ਖਾਲਸਾ ਹੀ, ਸਿੰਘ ਹੀ ਕਰਨਗੇ, ਸਿੱਖ ਹੀ ਕਰਨਗੇ। ਅਤੇ ਉਸ ਵੇਲੇ ਕਹਿੰਦੇ ਨਹੀਂ ਮਹਾਰਾਜ, ਸ਼ੇਰਾਂ ਦੇ ਪੁੱਤ ਹੁੰਦੇ ਆ ਖਾਨ ਪਠਾਨ, ਇਹ ਸ਼ੇਰਾਂ ਦੇ ਪੁੱਤ, ਇਹ ਕਰਨਗੇ ਜੰਗ।
ਗੁਰੂ ਮਹਾਰਾਜ ਕਹਿੰਦੇ ਸਮਾਂ ਹੀ ਦੱਸੋ। ਫਿਰ ਗੁਰੂ ਸਾਹਿਬ ਜੀ ਨੇ ਲਾਮਾ ਭੇਜਿਆ ਸੀ ਬੁੱਧੂ ਸ਼ਾਹ ਪੀਰ ਜੀ ਨੂੰ ਵੀ ਵੇਖੋ ਆ ਤੁਹਾਡੇ ਜਿਹੜੇ ਸ਼ੇਰਾਂ ਦੇ ਪੁੱਤ ਖਾਨ ਪਠਾਨ ਇਹ ਤਾਂ ਕੋਈ ਲੱਭਾ ਨਹੀਂ ਹੈ, ਸਭ ਨੱਠ ਨੁੱਠ ਗਏ। ਅਤੇ ਪੀਰ ਬੁੱਧੂ ਸ਼ਾਹ ਫਿਰ ਆਪਣਾ 700 ਮੁਰੀਦ ਲੈ ਕੇ ਚਾਰੇ ਪੁੱਤਰਾਂ ਸਮੇਤ ਆਪ ਜੰਗ ਵਿੱਚ ਆਏ ਸੀ ਅਤੇ ਗੁਰੂ ਮਹਾਰਾਜ ਖੁਸ਼ੀਆਂ ਲਈਆਂ ਸਨ। ਇਹ ਹਯਾਤ ਖਾਨ ਪਠਾਨ ਹੰਕਾਰੀ ਹਠੀਆ ਇਹਦੇ ਸਿਰ ਦੇ ਉੱਪਰ ਝਾੜਿਆ ਸੋਟਾ ਮਾਰਿਆ ਕੁਤਕਾ ਕਿਰਪਾਲ ਚੰਦ ਉਦਾਸੀ ਨੇ। ਉਠੀ ਸ਼ਿਸ਼ ਇੰਛੰ ਕੱਢਾ ਮੇਜ ਜੋਰੰ। ਤੇ ਸਿੱਛ ਇੱਛੰ ਪਾਠ ਹੈ ਪਹਿਲਾ। ਇਹਵੇਂ ਜਿਹੜੀ ਫਿਰ ਕੱਢਾ ਮੇਜ ਜੇਰੰ ਜਦੋਂ ਸੋਟਾ ਇਹਦੇ ਸਿਰ ਦੇ ਵਿੱਚ ਮਾਰਿਆ ਖੋਪੜ ਦੇ ਉਹ ਐਸਾ ਸਿਰ 'ਚ ਵਜਾ ਇਹਦਾ ਖੋਪੜ ਜੀ ਟੋਟਰ ਜੀ ਖੁੱਲ੍ਹ ਗਈ ਹੈ। ਉਸ ਵਿੱਚੋਂ ਮਿੱਝ ਦੀਆਂ ਛਿੱਟਾਂ ਦੇ ਐਵੇਂ ਉੱਠੀਆਂ ਹਨ, ਐਵੇਂ ਨਿਕਲੀਆਂ ਹੈ ਮਿੱਝ ਚਰਬੀ ਐਵੇਂ ਨਿਕਲੀ। ਮਨੋ ਮਾਖਨੀ ਮਟਕੀ ਕਾਨ ਫੋਰੰ। ਮਾਨੋ ਕਿ ਕ੍ਰਿਸ਼ਨ ਨੇ ਆਪਣੇ ਜਿਹੜੇ ਗੋਕੁਲ ਨਗਰੀ ਵਿੱਚ ਰਹਿੰਦਿਆਂ ਜਿਹੜੀ ਹੈ ਮੱਖਣ ਦੀ ਮਟਕੀ ਭੰਨ ਸੁੱਟੀ। ਜਿਵੇਂ ਕ੍ਰਿਸ਼ਨ ਜੀ ਉੱਥੇ ਵਿਚਰਦੇ ਸਨ ਮਥੁਰਾ ਵਿੱਚ ਅਤੇ ਹੁਣ ਨਾਂ ਪਿਆ ਸੀ ਮਾਖਣ ਚੋਰ। ਮੱਖਣ ਚਰਾ ਖਾਂਦੇ ਅਤੇ ਜਿੱਥੇ ਉਹ ਗਵਾਲੀਆਂ 'ਚ ਲੁਕਾਉਂਦੀਆਂ ਮੱਖਣ ਉੱਥੇ ਫੜ ਕੇ ਲੈ ਜਾਂਦੇ। ਜਦੋਂ ਮਗਰ ਭੱਜਦੇ ਅਤੇ ਜਾਂਦਿਆਂ ਮੁੱਕਾ ਜਿਹਾ ਮਾਰ ਕੇ ਮਟਕੀ ਭੰਨ ਦਿੰਦੇ ਅਤੇ ਮੱਖਣ ਸਾਰਾ ਖਾ ਜਾਂਦੀ। ਅਤੇ ਡੰਡਿਆਂ ਨਾਲ ਕਦੀ ਜਿਹੜੇ ਮਟਕੇ ਕਈ ਦੇ ਤਾਂ ਬੰਨ੍ਹ ਦਿੰਦੇ ਸੀ ਛੱਤਾਂ ਨਾਲ, ਉਹਨਾਂ ਨੂੰ ਡੰਡਿਆਂ ਨਾਲ ਭੰਨ ਕੇ ਆਪ ਵੀ ਖਾਣਾ ਨਾਲ ਮਿੱਤਰਾਂ ਨੂੰ ਖਵਾਉਣਾ ਮੱਖਣ। ਅਤੇ ਮਾਖਣ ਚੋਰ ਨਾਮ ਪਿਆ ਹੋਇਆ ਸੀ। ਇੱਥੇ ਮਹਾਰਾਜ ਪ੍ਰਮਾਣ ਦੇ ਰਹੇ ਵੀ ਜਿਵੇਂ ਇਹਦੇ ਸਿਰ ਵਿੱਚ ਜਦੋਂ ਸੋਟਾ ਮਾਰਿਆ ਹਯਾਤ ਖਾਨ ਦੇ ਕੁਤਕਾ ਉਦਾਸੀ ਸਾਧੂ ਨੇ ਅਤੇ ਉਹ ਤਾਂ ਮਿੱਝ ਦੀਆਂ ਛਿੱਟਾਂ 'ਤੇ ਐਵੇਂ ਉੱਠੀਆਂ ਉੱਡੀਆਂ ਮਾਨੋ ਕਿ ਜਿਵੇਂ ਕ੍ਰਿਸ਼ਨ ਜੀ ਭਗਵਾਨ ਜੀ ਨੇ ਦੁਆਪਰ ਦੇ ਵਿੱਚ ਮੱਖਣ ਦੀ ਮਟਕੀ ਭੰਨ ਸੁੱਟੀ ਹੋਵੇ। ਤਹਾਂ ਨੰਦ ਚੰਦੰ ਕੀਓ ਕੁਪੋ ਭਾਰੋ। ਉੱਥੇ ਜੋ ਜੰਗ ਦੇ ਅੰਦਰ ਹੀ ਦੀਵਾਨ ਸੀ ਨੰਦ ਚੰਦ ਭਾਈ ਕੀ ਡਰੌਲੀ ਦਾ ਅਤੇ ਮਸੰਦ ਵੀ ਸੀ ਇੱਧਰ ਦੀ ਸੇਵਾ ਸੰਭਾਲਣ ਵਾਲਾ ਭਾਈ ਨੰਦ ਚੰਦ ਦੀਵਾਨ ਗੁਰੂ ਘਰ ਦਾ। ਇਹ ਵੀ ਬੜਾ ਭਾਰੀ ਜਿਹੜਾ ਹੈ ਕੁਪੋ ਕਹੀਏ ਬੜਾ ਕ੍ਰੋਧਿਤ ਹੋਇਆ, ਬਹੁਤ ਗੁੱਸੇ ਵਿੱਚ ਕ੍ਰੋਧ ਨਾਲ ਆਇਆ। ਲਗਾਈ ਬਰਛੀ ਕਿਰਪਾਣੰ ਸੰਭਾਰੋ। ਅਤੇ ਕੀ ਕੀਤਾ ਜਿਹੜੀ ਬਰਛੀ ਲਾਈ ਹੈ ਨਜਾਬਤ ਖਾਂ ਦੇ ਬਰਛੀ ਮਾਰੀ ਅਤੇ ਉਹ ਬਰਛੀ ਜਿਹੜੀ ਉਹਦੇ ਵਿੱਚ ਹੀ ਰਹਿ ਗਈ, ਵਿੱਚੇ ਬਰਛੀ ਰਹਿ ਗਈ ਜਦੋਂ ਬਰਛੀ ਮਾਰੀ ਹੈ ਨਜਾਬਤ ਖਾਂ ਦੇ। ਅਤੇ ਫਿਰ ਕੀ ਕੀਤਾ ਹੈ ਕਿਰਪਾਨ ਸੰਭਾਲ ਲਈ, ਕਿਰਪਾਨ ਚਲਾਉਣੀ ਸ਼ੁਰੂ ਕਰ ਦਿੱਤੀ। ਟੁੱਟੀ ਤੇਗ ਤਿੱਖੀ ਕੱਢੋ ਜਮ ਦੱਡੰ। ਜਿਹੜੀ ਤਲਵਾਰ ਹੱਥ 'ਚ ਫੜ ਲਈ ਜੰਗ ਕਰਦਿਆਂ ਟੁੱਟੀ ਤੇਗ ਤਲਵਾਰ ਇਹ ਟੁੱਟ ਗਈ, ਤਿੱਖੀ ਬੜੀ ਤਲਵਾਰ ਸੀ ਉਹ ਟੁੱਟ ਗਈ। ਫਿਰ ਜਮਦੱਡੰ ਜਿਹੜੀ ਜਮਦਾੜ ਹੈ ਕਟਾਰ ਹੈ ਉਹ ਹੀ ਕੱਢ ਲਈ ਤਿੱਖੀ। ਹਠੀ ਰਾਖੀਅੰ ਲਾਜ ਬੰਸੰ ਸਨੱਡੰ। ਸਤਿਗੁਰੂ ਕਹਿੰਦੇ ਐਵੇਂ ਜਿਹੜੀ ਸਨੱਡੰ ਕਹੀ ਸੋਢ ਬੰਸ ਸੀ ਨਾ ਉਹਦੀ ਲਾਜ ਰੱਖ ਲਈ। ਇਹ ਹਠੀ ਸੂਰਮੇ ਨੇ, ਹਠੀ ਸੂਰਬੀਰ ਯੋਧੇ ਨੇ। ਆਨੰਦ ਚੰਦ ਪ੍ਰੋਹਤ ਸਾਡੇ ਦੀਵਾਨ ਨੇ ਐਸੀ ਬਰਛੀ ਚਲਾਈ, ਤਲਵਾਰ ਚਲਾਈ ਹੈ, ਕਟਾਰ ਚਲਾਈ ਹੈ। ਇਹ ਹੱਠੀ ਸੂਰਮੇ ਨੇ ਸੋਢ ਬੰਸ ਦੀ ਲਾਜ ਰੱਖ ਲਈ, ਐਸਾ ਯੁੱਧ ਕੀਤਾ। ਤਹਾਂ ਮਾਤ ਲੇਅੰ ਕਿਰਪਾਲੰ ਕਰੋਦੰ। ਫਿਰ ਕਹਿੰਦੇ ਉੱਥੇ ਜੰਗ ਦੇ ਵਿੱਚ ਹੀ ਸਾਡੇ ਮਾਮਾ ਕਿਰਪਾਲ ਚੰਦ ਜੀ ਇਹ ਜੰਗ ਦੇਖ ਕੇ ਬੜਾ ਕ੍ਰੋਧ ਵਿੱਚ ਹੋਏ, ਵੀਰ ਰਸ ਚੜ੍ਹਿਆ। ਛਕਿਓ ਸ਼ੋਭ ਛਤਰੀ ਕਰਿਓ ਜੁੱਧ ਸੁਦੰ। ਇਵੇਂ ਛਤਰੀ ਸੂਰਮੇ ਨੂੰ ਜਿਹੜਾ ਸ਼ੋਭ ਹੈ ਨਾ ਕ੍ਰੋਧ ਬੜਾ ਵੀਰ ਰਸ ਕ੍ਰੋਧ ਜਿਹੜਾ ਛਕਿਓ ਕਿ ਭਰ ਗਿਆ, ਬੜਾ ਭਰ ਗਿਆ ਵੀਰ ਰਸ ਕ੍ਰੋਧ 'ਚ ਭਰ ਗਿਆ। ਕਰਿਓ ਜੁੱਧ ਸੁਦੰ ਫਿਰ ਚੰਗੀ ਤਰ੍ਹਾਂ ਬੜਾ ਸੋਹਣਾ ਚੰਗਾ ਹੀ ਜੰਗ ਯੁੱਧ ਕੀਤਾ। ਸਹੇ ਦੇਹ ਆਪੰ ਮਹਾਂਵੀਰ ਬਾਣੰ। ਸਾਡੇ ਮਾਮਾ ਸੂਰਬੀਰ ਨੇ ਕਹਿੰਦੇ ਬਹੁਤ ਜਿਹੜੇ ਵੈਰੀਆਂ ਦੇ ਤੀਰ ਨਾ ਆਪਣੇ ਸਰੀਰ ਦੇ ਦੇਹ ਦੇ ਉੱਪਰ ਸਹੇ ਪਠਾਣਾਂ ਦੇ। ਕਰੋ ਖਾਨ ਬਾਨੀਨ ਖਾਲੀ ਪਲਾਣੰ। ਕਰੋ ਖਾਨ ਬਾਨੀਨ ਜੋ ਬਣੇ ਠਣੇ ਸੀ ਖਾਨ ਪਠਾਨ
ਤੇ ਇਹਨਾਂ ਦੇ ਪਲਾਨ ਜਿਹੜੇ ਘੋੜੇ ਐ ਉਹ ਸਾਰੇ ਖਾਲੀ ਕਰ ਦਿੱਤੇ। ਜਿਹੜੇ ਤੀਰ ਮਾਰਦੇ ਸੀ ਨਾ ਇਹਨਾਂ ਨੂੰ ਵੀ ਚੰਗਾ ਖਤਮ ਕੀਤਾ ਮਾਮਾ ਕਿਰਪਾਲ ਚੰਦ ਜੀ ਨੇ। ਪਲਾਨ ਜਿਹੜੇ ਘੋੜੇ ਆ ਸਾਰੇ ਖਾਲੀ ਕਰ ਦਿੱਤੇ, ਜੋ ਬਣੇ ਠਣੇ ਫਿਰਦੇ ਸਨ ਪਠਾਨ ਭੂਤਰੇ ਹੋਏ। ਹਠਿਓ ਸਾਹਿਬੰ ਚੰਦ ਖੇਤ ਖਤਰਿਆਣੰ। ਤੇ ਜੋ ਹਠੀਆ ਸੂਰਮਾ ਸੀ ਸਾਹਿਬ ਚੰਦ ਤੇ ਖਤਰਿਆਣ ਸੂਰਮਾ, ਉਹ ਵੀ ਜੰਗ ਦੇ ਮੈਦਾਨ ਵਿੱਚ ਆ ਗਿਆ। ਹਨੇ ਖਾਨ ਖੂਨੀ ਖੁਰਾਸਾਨ ਭਾਨੰ। ਖੁਰਾਸਾਨ ਦੇ ਜੋ ਖੂਨੀ ਖਾਨ ਪਠਾਨ ਸਨ, ਜੋ ਸੂਰਜ ਵਾਂਗ ਆਪਣੇ ਆਪ ਨੂੰ ਸਮਝਦੇ ਸੀ ਚਮਕਦੇ ਹੋਏ, ਇਹ ਚੰਗੇ ਭੰਨ ਭੰਨ ਹਨੇ ਕਹੀਏ ਮਾਰੇ ਐ। ਤਹਾਂ ਵੀਰ ਬੰਕੇ ਭਲੀ ਭਾਂਤ ਮਾਰੇ। ਉੱਥੇ ਦੇ ਜਿਹੜੇ ਸੂਰਬੀਰ ਬੰਕੇ ਜਵਾਨ, ਚੜ੍ਹਦੀ ਜਵਾਨੀ ਵਾਲੇ, ਸ਼ੈਨ ਸ਼ਬੀਲੇ ਚੰਗੀ ਤਰ੍ਹਾਂ ਮਾਰੇ ਐ ਸਾਰੇ। ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ। ਉਹੀ ਸਿਪਾਹੀ ਪ੍ਰਾਣ ਲੈ ਕੇ ਬਚੇ ਜਿਹੜੇ ਚਲੇ ਗਏ, ਜਿਨ੍ਹਾਂ ਦੇ ਪ੍ਰਾਣ ਬਚੇ ਉਹ ਲੈ ਕੇ ਸਿਪਾਹੀ ਨੱਠ ਗਏ ਚਲੇ ਗਏ, ਬਚਦੇ ਬਚਾਉਂਦੇ ਮੈਦਾਨ ਵਿੱਚੋਂ ਭੱਜ ਗਏ। ਤਹਾਂ ਸਾਹ ਸੰਗਰਾਮ ਕੀਨੇ ਅਖਾਰੇ। ਉੱਥੇ ਜੋ ਸੰਗੋ ਸ਼ਾਹ ਸਾਹ ਸੰਗਰਾਮ ਘੋੜਸਵਾਰ ਦਾ ਬਾਦਸ਼ਾਹ ਮਹਾਰਾਜ ਕਹਿੰਦੇ ਸਾਡੇ ਭੂਆ ਦੇ ਸਪੁੱਤਰ ਜੋ ਸ਼ਾਹ ਹੈ ਸੀ ਨਾ ਸੰਗੋ ਸ਼ਾਹ, ਉਹਨੇ ਫਿਰ ਜੰਗ ਦੇ ਅਖਾੜਾ ਚੰਗਾ ਹੀ ਯੁੱਧ ਕੀਤਾ ਯੋਧਿਆਂ ਵਿੱਚ। ਘਨੇ ਖੇਤ ਮੋਹ ਖਾਨ ਖੂਨੀ ਲਤਾਰੇ। ਜੰਗ ਦੇ ਮੈਦਾਨ ਵਿੱਚ ਬਹੁਤ ਹੀ ਖੂਨੀ ਖਾਨ ਪਠਾਨ ਲਲਤਾੜੇ ਐ, ਚੜ੍ਹਾਏ ਆਰ ਪਾਰ ਕੀਤੇ ਐ। ਨ੍ਰਿਪੰ ਗੋਪਲਾਯੰ ਖਰੋ ਖੇਤ ਗਾਜ। ਰਾਜਾ ਜਿਹੜਾ ਗੋਪਾਲ ਚੰਦ ਗਲੇਰੀਆ ਸੀ, ਉਹ ਜੰਗ ਦੇ ਮੈਦਾਨ ਵਿੱਚ ਖੜਾ ਬੜਾ ਗੱਜ ਰਿਹਾ ਹੈ, ਗੱਜਦਾ ਹੈ ਬੱਦਲਾਂ ਵਾਂਗ। ਮ੍ਰਿਗਾ ਝੁੰਡ ਮਧਿ ਮਨੋ ਸਿੰਘ ਰਾਜੇ। ਜੋ ਮ੍ਰਿਗਾ ਝੁੰਡ ਹਿਰਨਾਂ ਦਾ ਝੁੰਡ ਵਿੱਚ, ਜਿਵੇਂ ਕਹਿੰਦੇ ਸ਼ੇਰ ਜਿਵੇਂ ਗੱਜਦਾ ਨਾ, ਮਾਨੋ ਸ਼ੇਰ ਗੱਜ ਰਿਹਾ ਹਿਰਨਾਂ ਦੇ ਝੁੰਡ ਵਿੱਚ। ਇਹ ਗੋਪਾਲ ਚੰਦ ਜਿਹੜਾ ਰਾਜਾ ਹੈ ਗਲੇਰੀਆ, ਜੰਗ ਦੇ ਮੈਦਾਨ ਵਿੱਚ ਇਵੇਂ ਗੱਜਦਾ ਹੈ ਮਾਨੋ ਜਿਵੇਂ ਹਿਰਨਾਂ ਦੇ ਝੁੰਡ ਵਿੱਚ ਸਮੂਹ ਵਿੱਚ ਸ਼ੇਰ ਗੱਜਦਾ ਰਾਜਦਾ ਸਜਦਾ ਵੱਜਦਾ ਹੈ। ਤਹਾਂ ਏਕ ਬੀਰੰ ਹਰੀ ਚੰਦ ਕੋ ਪਿਓ। ਉੱਥੇ ਜੰਗ ਵਿੱਚ ਹੀ ਮਹਾਰਾਜ ਕਹਿੰਦੇ ਇੱਕ ਰਾਜਾ ਹਰੀ ਚੰਦ ਹੰਡੂਰੀਆ, ਉਹ ਵੀ ਬੜਾ ਕ੍ਰੋਧਿਤ ਹੋ ਕੇ ਗੱਜਿਆ, ਦਹਾੜ ਜੀ ਮਾਰੀ ਇਹ ਸੂਰਮਾ ਬਣ ਕੇ। ਭਲੀ ਭਾਂਤ ਸੋ ਏਤ ਮੋਹ ਪਾਵ ਪਿਓ। ਚੰਗੀ ਤਰ੍ਹਾਂ ਉਹਨੇ ਆਪਣੇ ਪੈਰ ਨੂੰ ਜੰਗ ਦੇ ਮੈਦਾਨ ਵਿੱਚ ਰੋਪਿਓ ਕੇ ਰੋਕ ਲਿਆ ਹੈ, ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਉਹਨੇ ਟਿਕਾਇਆ ਹੈ। ਭਲੀ ਭਾਂਤ ਸੋ ਏਤ ਨਹੀਂ ਖੇਤ ਪਾਠ, ਭਲੀ ਭਾਂਤ ਸੋ ਖੇਤ ਮੈਂ ਪਾਵ ਰੋਪਿਓ। ਚੰਗੀ ਤਰ੍ਹਾਂ ਨਾਲ ਜੰਗ ਦੇ ਮੈਦਾਨ ਵਿੱਚ ਆਪਣਾ ਪੈਰ ਰੋਕਿਆ, ਗੱਡ ਲਿਆ, ਜਮਾ ਲਿਆ ਹੈ। ਮਹਾ ਕ੍ਰੋਧ ਕਾ ਤੀਰ ਤੀਖੇ ਪ੍ਰਹਾਰ। ਫਿਰ ਬਹੁਤਾ ਕ੍ਰੋਧਿਤ ਹੋ ਗਏ ਨਾ, ਬੜੇ ਕ੍ਰੋਧ ਨਾਲ ਤਿੱਖੇ ਤਿੱਖੇ ਤੀਰ ਜਿਹੜੇ ਨੇ ਮਾਰੇ ਛੱਡੇ ਐ। ਲੱਗਾ ਜੌਨ ਕੇ ਤਾਹੇ ਪਾਰਾ ਪਧਾਰੇ। ਜਿਹਦੇ ਵੀ ਕਹਿੰਦੇ ਉਹ ਲੱਗੇ ਤੀਰ ਇਹਦੇ ਹਰੀ ਚੰਦ ਦੇ, ਉਸ ਦੇ ਸਰੀਰ ਨੂੰ ਪਾਰ ਕਰਕੇ ਨਿਕਲ ਗਏ, ਆਰ ਪਾਰ ਹੋ ਗਏ। ਰਸਾਵਲ ਛੰਦ ਹਰੀ ਚੰਦ ਕਰਦੰ। ਹਰੀ ਚੰਦ ਰਾਜਾ ਬੜੇ ਕ੍ਰੋਧ ਨਾਲ ਭਰ ਕੇ ਜੰਗ ਕੀਤਾ ਇਹਨੇ। ਹਨੇ ਸੂਰ ਸੁਦੰ। ਜਿਹੜੇ ਸੂਰਮੇ ਸਨ ਬੜੇ ਬੜੇ ਤਕੜੇ, ਤੇ ਉਹ ਚੰਗੀ ਤਰ੍ਹਾਂ ਇਹਨੇ ਹਨੇ ਮਾਰੇ ਐ, ਸੂਰਮੇ ਬੜੇ ਮਾਰੇ ਇਹਨੇ ਜੰਗ ਕਰਕੇ। ਭਲੇ ਬਾਣ ਬਾਹੇ। ਚੰਗੀ ਤਰ੍ਹਾਂ ਇਹਨੇ ਬਾਣ ਤੀਰ ਵੀ ਵਾਹੇ ਐ, ਛੱਡੇ ਚਲਾਏ। ਵੱਡੇ ਸਾਨ ਗਾਹੇ। ਬਹੁਤ ਹੀ ਸੈਨਾ ਇਹਨੇ ਗਾਹ ਦਿੱਤੀ ਹੈ, ਮਿੱਧ ਕੇ ਸੁੱਟ ਦਿੱਤੀ, ਲਤਾੜ ਦਿੱਤੀ ਹੈ। ਰਸੰ ਰੁਦਰ ਰਾਚੇ। ਇਹ ਰਾਜਾ ਹਰੀ ਚੰਦ ਰੌਦਰ ਰਸ ਵਿੱਚ ਰਚ ਗਿਆ ਹੈ, ਵੀਰ ਰਸ ਵਿੱਚ ਰਚ ਮਿਚ ਗਿਆ, ਮਿਲ ਗਿਆ ਬੜਾ। ਮਹਾ ਲੋਹ ਮਾਚੇ। ਉੱਥੇ ਤੇ ਲੋਹੇ ਤੇ ਲੋਹਾ ਖੜਕਿਆ, ਸ਼ਸਤਰ ਤੇ ਸ਼ਸਤਰ, ਲੋਹ ਦਾ ਅਰਥ ਜੰਗ ਵੀ ਹੁੰਦਾ, ਤੇ ਜੰਗ ਮੱਚ ਗਿਆ। ਜਾਂ ਵੀ ਉੱਥੇ ਦੇ ਜਿਵੇਂ ਲੋਹਾ ਨਹੀਂ ਹੁੰਦਾ ਲਾਲ, ਐਵੇਂ ਸੂਰਮੇ ਬਹੁਤ ਲੋਹੇ ਵਾਂਗ ਲਾਲੋ ਲਾਲ ਹੋ ਕੇ
ਮੱਚੇ ਐ ਚਮਕੇ ਹਨ। ਹਨੇ ਸ਼ਸਤਰ ਧਾਰੀ। ਇਹ ਹਰੀ ਚੰਦ ਨੇ ਉਸ ਜੰਗ ਦੇ ਵਿੱਚ ਮਹਾਰਾਜ ਕਹਿੰਦੇ ਬਹੁਤ ਸ਼ਸਤਰ ਧਾਰੀਆਂ ਨੂੰ ਇਹਨੇ ਮਾਰਿਆ ਹੈ। ਲਿਟੇ ਭੂਪ ਭਾਰੀ। ਵੱਡੇ ਵੱਡੇ ਰਾਜੇ ਮੈਦਾਨੇ ਜੰਗ ਵਿੱਚ ਜਿਹੜੇ ਲਟਾ ਦਿੱਤੇ ਐ, ਜਾਂ ਲਿਟੇ ਭੂਪ ਭਾਰੀ। ਭੂਪ ਨਾਮ ਧਰਤੀ ਦਾ, ਭੂਪ ਨਾਮ ਰਾਜੇ ਦਾ। ਭਾਰੀ ਭਾਰੀ ਜਿਹੜੇ ਸੂਰਮੇ ਧਰਤੀ ਤੇ ਲਿਟੇ ਪਏ। ਤਬ ਜੀਤ ਮੱਲੰ। ਜਦੋਂ ਇਹ ਹਰੀ ਚੰਦ ਨੇ ਬਹੁਤੀ ਅੱਤ ਜੀ ਚੁੱਕ ਲਈ ਹੈ, ਤਦੋਂ ਹੀ ਜੀਤ ਮੱਲ ਜੋ ਸਾਡੇ ਭੂਆ ਦਾ ਸੁਪੁੱਤਰ ਸੀ, ਹਰੀ ਚੰਦ ਭੱਲੰ। ਹਰੀ ਚੰਦ ਨੇ ਬੜੇ ਜ਼ੋਰ ਨਾਲ ਭੱਲੰ ਸੇਲਾ ਮਾਰਿਆ। ਹਿਰਦਾ ਆਚ ਮਾਰਿਓ। ਸੇਲਾ ਕਿਹਦਾ ਨੇਜ ਨੂੰ ਨੇਜਾ ਮਾਰਿਆ ਤੇ ਉਹਦੀ ਛਾਤੀ ਵਿੱਚ ਨੇਜਾ ਜਾ ਵੱਜਿਆ। ਹਿਰਦਾ ਐਂਚ ਮਾਰਿਓ, ਹਿਰਦੇ ਦਾ ਨਿਸ਼ਾਨਾ ਜਾ ਖਿੱਚ ਕੇ ਮਾਰਿਆ। ਸੋ ਖੇਤੰ ਉਤਾਰਿਓ। ਤੇ ਉਹ ਜੰਗ ਦੀ ਭੂਮੀ ਵਿੱਚ ਉਤਾਰ ਦਿੱਤਾ, ਡਿੱਗ ਪਿਆ। ਲੱਗੇ ਵੀਰ ਬਾਣੰ। ਇਹਦੇ ਹਰੀ ਚੰਦ ਦੇ ਜੇ ਸੂਰਮੇ ਨੂੰ ਤੀਰ ਵੱਜਦੇ ਸਨ, ਰਿਸਿਓ ਤੇਜ ਮਾਣੰ। ਉਹ ਬੜੇ ਕ੍ਰੋਧ ਨਾਲ ਅੱਗ ਵਾਂਗੂ ਲਾਲ ਹੋ ਜਾਂਦਾ ਸੀ। ਸਮੋਹ ਬਾਜ ਡਾਰੇ। ਲੱਗੇ ਵੀਰ ਬਾਣੰ, ਭਾਵ ਜੇ ਸੂਰਮੇ ਨੂੰ ਵੀ ਤੀਰ ਲੱਗਦਾ ਸੀ ਨਾ, ਵੱਜਦਾ ਸੀ, ਰਿਸਿਓ ਉਹ ਕ੍ਰੋਧ ਵਿੱਚ ਆ ਕੇ ਤੇਜ ਅੱਗ ਵਾਂਗ ਲਾਲ ਤੇ ਮਾਨੀ ਹੰਕਾਰੀ ਜਿਹਾ ਹੋ ਜਾਂਦਾ ਸੀ। ਸਮੋਹ ਬਾਜ ਡਾਰੇ। ਸਮੋਹ ਬਰਾਬਰ ਸਮੋਹ ਬਾਜ ਡਾਰੇ। ਸਮੋਹ ਐਵੇਂ ਸਾਹਮਣੇ ਸਾਹਮਣੇ ਖਲੋ ਕੇ ਤੇ ਬਾਜ ਜਿਹੜੇ ਸਾਹਮਣੇ ਬਾਜ ਜਿਹੜੇ ਆ ਘੋੜੇ ਉਹ ਸੁੱਟ ਦਿੱਤੇ ਐ। ਸਵਰਗੰ ਸਿਧਾਰੇ। ਘੋੜਿਆਂ ਨੂੰ ਖਾਲੀ ਛੱਡ ਕੇ ਸੂਰਮੈ ਸਵਰਗ ਨੂੰ ਚਲੇ ਜਾਂਦੇ ਸੀ, ਜਿਨ੍ਹਾਂ ਦੇ ਤੀਰ ਲੱਗਦੇ ਸਨ। ਭੁਜੰਗ ਪਰ ਆਤ ਛੰਦ। ਖੁੱਲਾ ਖਾਨ ਖੋਨੀ ਖੁਰਾਸਾਨ ਖੱਗੰ। ਐਵੇਂ ਜਿਹੜੇ ਖੁਰਾਸਾਨ ਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਹ ਖੁਰਾਸਾਨ ਦੇ ਇਲਾਕੇ ਦੇ ਜਿਹੜੇ ਖੂਨੀ ਪਠਾਨ ਸਨ, ਖਾਨ ਬਹਾਦਰ ਜੇ ਬਣੇ। ਖੱਗੰ, ਇਹਨਾਂ ਨੇ ਜਿਹੜੇ ਖੱਗ ਜਿਹੜੇ ਨਾ ਤਲਵਾਰਾਂ ਸ੍ਰੀ ਸਾਹਿਬਾਂ ਖੁੱਲੇ ਛੱਡੇ ਹੋਏ ਹੈ। ਭਾਵ ਖੱਗ ਦਾ ਨਾਮ ਤਲਵਾਰ ਵੀ ਹੈ। ਨਮਸਕਾਰ ਕੀ ਸ੍ਰੀ ਖੜਗ ਕੋ। ਖੱਗ ਨਾਮ ਖੰਡੇ ਨੂੰ ਵੀ ਕਹਿ ਲਈਦਾ, ਸ੍ਰੀ ਸਾਹਿਬ ਨੂੰ ਵੀ, ਕਿਰਪਾਨ ਨੂੰ ਵੀ ਕਹਿ ਲਈਦਾ ਹੈ। ਇਵੇਂ ਜੋ ਖੱਗ ਹੈ, ਖੰਡੇ ਹੈ, ਖੁੱਲੇ ਖਾਲੀ ਫੜੇ ਹੋਏ, ਭਾਵ ਮਿਆਨ ਤੋਂ ਬਾਹਰ ਨੰਗੇ ਫੜੇ ਹੋਏ ਆ ਖੰਡੇ। ਭਰੀ ਸ਼ਸਤਰ ਧਾਰੰ ਉੱਠੀ ਝਾਲ ਅਗੰ। ਤੇ ਸ਼ਸਤਰਾਂ ਦੀਆਂ ਜਿਹੜੀਆਂ ਧਾਰਾਂ ਹੈ ਉਹ ਪਈਆਂ ਬਹੁਤ। ਉੱਠੀ ਝਾਲ ਅਗੰ, ਬੜੀਆਂ ਝਾਲਾਂ ਉੱਠੀਆਂ, ਚਮਕਾਂ ਉੱਠੀਆਂ, ਜਿਵੇਂ ਅੱਗ ਲੱਟ ਬਲਦੀ ਹੋਵੇ, ਚਮਕਦੀ। ਭਈ ਤੀਰ ਭੀਰੰ ਕਮਾਣੰ ਕੜਕੇ। ਉੱਥੇ ਤੇ ਤੀਰਾਂ ਦੀ ਆਕਾਸ਼ ਵਿੱਚ ਭੀੜ ਹੀ ਪੈ ਗਈ ਹੈ। ਤੀਰ ਹੀ ਤੀਰ ਹੋ ਗਏ ਤਾਂ ਨੂੰ ਭੰਗਾਣੀ ਦੀ ਜੰਗ ਵਿੱਚ। ਕਮਾਣ ਕੜਕੇ, ਕਮਾਣ ਕੜਕ ਕਰਦੇ, ਕੜਕ ਕਰਕੇ ਤੀਰ ਨਿਕਲਦੇ ਐ। ਗਿਰੇ ਬਾਜ ਤਾਜੀ ਲੱਗੇ ਧੀਰ ਧੱਕੇ। ਸਤਿਗੁਰੂ ਕਹਿੰਦੇ ਵੇ ਬਾਜ ਘੋੜੇ ਡਿੱਗੇ ਐ, ਤਾਜੀ ਅਰਬੀ ਦੇਸ਼ ਦੇ ਘੋੜੇ ਡਿੱਗੇ ਐ, ਤੇ ਧੀਰ ਜਵਾਨ ਸੂਰਮਿਆਂ ਨੂੰ ਧੱਕੇ ਜੇ ਲੱਗੇ, ਜੰਗ ਪੂਰਾ ਹੀ ਮੱਚ ਗਿਆ ਹੈ। ਬਜੀ ਭੇਰ ਪੁੰਕਾਰ ਧੁੱਕੇ ਨਗਾਰੇ। ਬੱਜੀ ਭੇਰ, ਉਥੇ ਜੰਗ ਦੇ ਮੈਦਾਨ ਵਿੱਚ ਭੇਰਾਂ ਜਿਹੜੀਆਂ ਤੂਤੀਆਂ ਪੁੰਕਾਰ ਭੂੰ ਕਰਕੇ ਵੱਜੀਆਂ, ਨਗਾਰੇ ਵੀ ਧੁੱਕ ਕਰਕੇ ਵੱਜ ਰਹੇ ਐ। ਦੋਹੂ ਔਰਤੇ ਵੀਰ ਬੰਕੇ ਬਕਾਰੇ। ਦੋਵਾਂ ਪਾਸਿਆਂ ਤੋਂ ਸੂਰਬੀਰ ਜਿਹੜੇ ਬੰਕੇ ਜਵਾਨ ਹੀ ਆ, ਤਗੜੇ ਹੀ ਆ, ਸ਼ੈਨ ਸ਼ਬੀਲੇ ਜੰਗੀ ਯੋਧੇ, ਬਕਾਰੇ ਲਲਕਾਰੇ ਮਾਰਦੇ ਇੱਕ ਦੂਜੇ ਨਾਲ, ਅੱਖਾਂ ਦੀਆਂ ਕੱਢ ਕੇ ਵਾਧੂ ਘੱਟ ਜਾ ਬੋਲਦੇ ਹਨ ਇੱਕ ਦੂਸਰੇ ਨੂੰ। ਕਰੇ ਬਾਹੋ ਆਘਾਤ ਸ਼ਸਤਰੰ ਪ੍ਰਹਾਰੰ। ਸੂਰਮੇ ਆਪਣੀਆਂ ਬਾਹਾਂ ਦੇ ਬਲ ਨਾਲ ਜਿਹੜੇ ਸ਼ਸਤਰਾਂ ਦੇ ਆਘਾਤ ਕਈਏ ਵਾਰ ਕਰਕੇ ਮਾਰਨਾ ਕਰਦੇ ਹਨ। ਡਕੀ ਡਾਕਣੀ ਚਾਵੜੀ ਚੀਤਕਾਰੰ। ਡਕੀ ਡਾਕਣੀਆਂ ਜਿਹੜੀਆਂ ਖੂਨ ਮਾਸ ਨਾਲ ਹੈ ਰੱਜੀਆਂ ਡੱਕੀਆਂ ਹੋਈਆਂ ਹੈ, ਤੇ ਚਾਵੜੀ ਡੈਣਾ, ਡਾਕਣੀਆਂ ਚਾਵੜੀ ਡੈਣਾ, ਜਾਂ ਡਾਕਣੀ ਕੇ ਜਿਹੜੀਆਂ ਡੈਣਾ ਹੈ, ਚਾਵੜੀ ਚੜੇਲਾਂ ਹੈ,
ਚੀਤਕਾਰਨ, ਉਹ ਚੀਕਾਂ ਮਾਰ ਰਹੀਆਂ ਹੈ। ਇਹਨਾਂ ਦਾ ਖਾਣਾ ਕੀ ਹੈ? ਮਾਸ ਅਤੇ ਖੂਨ। ਅਤੇ ਇਹ ਖਾ ਖਾ ਕੇ ਚੀਕਾਂ ਮਾਰ ਰਹੀਆਂ ਹੈ, ਰੱਜ ਰੱਜ ਕੇ ਚੀਕਾਂ ਮਾਰਦੀਆਂ, ਬੜੀਆਂ ਭਿਆਨਕ ਜਿਹੀਆਂ। ਡਕੀ ਡਾਕਣੀ ਚਾਮੜੀ ਚੀਤਕਾਰਨ, ਡਾਕਣੀ ਕਹੀਏ ਇੱਲਾਂ, ਚਾਮੜੀ ਕਹੀਏ ਗਿੱਧਾਂ, ਇਹ ਚੀਕਾਂ ਮਾਰ ਰਹੀਆਂ ਹੈ ਮਾਸ ਖਾ ਖਾ ਕੇ। ਦੋਹਰਾ ਕਹਾ ਲੱਗੇ ਵਰਣਨ ਕਰੋ। ਮਹਾਰਾਜ ਕਹਿੰਦੇ ਹੈ ਸਾਧ ਸੰਗਤ ਜੀ, ਖਾਲਸਾ ਜੀ, ਕਿੱਥੋਂ ਤੱਕ ਅਸੀਂ ਇਹ ਜਿਹੜਾ ਜੰਗ ਮਚਿਆ ਭੰਗਾਣੀ ਦਾ, ਕਿੱਥੋਂ ਕੁ ਤੱਕ ਦਾ ਵਰਣਨ ਕਰਕੇ ਦਸੀਏ। ਮਚਿਓ ਜੁੱਧ ਅਪਾਰ। ਇਹ ਜਿਹੜਾ ਭੰਗਾਣੀ ਦਾ ਯੁੱਧ ਸੀ, ਇਹ ਤੇ ਬੇਅੰਤ ਬਹੁਤ ਜ਼ਿਆਦਾ ਹੀ ਮੱਚਿਆ ਸੀ। ਸੂਰਮਿਆਂ ਦੀ ਲੋਥ ਤੇ ਲੋਥ, ਰੁੰਡ ਮੁੰਡ ਪਏ ਸੀ, ਲੁੱਥ ਪੁੱਥ ਲਾਸ਼ਾਂ ਹੋਈਆਂ ਪਈਆਂ, ਢੇਰ ਲੱਗਿਆ, ਖੂਨ ਦੀਆਂ ਨਦੀਆਂ ਵਹਿ ਗਈਆਂ, ਗੰਗਾ ਨਦੀ ਵਹਿ ਗਈ ਸੀ ਉੱਥੇ। ਅੰਗ ਪੈਰ ਕੱਟੇ ਪਏ, ਕਿਸੇ ਦੇ ਬਾਂਹ, ਕਿਸੇ ਦੀ ਲੱਤ, ਕਿਸੇ ਦੇ ਧੜ ਦੋ ਹੋਏ ਪਏ, ਕਿਸੇ ਦਾ ਸਿਰ ਵੱਖਰਾ। ਇਵੇਂ ਖਾਲਸਾ ਜੀ ਕਹਾਂ ਲੱਗੇ ਵਰਣਨ ਕਰੋ, ਕਿੱਥੋਂ ਕੁ ਤੱਕ ਅਸੀਂ ਵਰਣਨ ਕਰੀਏ ਜੰਗ ਦਾ। ਮੱਚਿਓ ਯੁੱਧ ਅਪਾਰ, ਇਹਦੇ ਭੰਗਾਣੀ ਦਾ ਯੁੱਧ ਤੇ ਬਹੁਤ ਜ਼ਿਆਦਾ ਹੀ ਮੱਚਿਆ ਸੀ। ਜੇ ਲੁੱਜੇ ਜੁੱਜੇ ਸਭੇ ਭਜ। ਜੇ ਲੁੱਜੇ ਸਭੇ, ਜਿਹੜੇ ਸਤਿਗੁਰੂ ਕਹਿੰਦੇ ਲੁੱਜੇ ਕਹੀਏ ਲੜੇ ਐ ਇਹ ਸਾਹਮਣੇ ਹੋ ਕੇ ਜੰਗ ਦੇ ਵਿੱਚ। ਜੁੱਜੇ ਕਹੀਓ ਸਾਰੇ ਸ਼ਹੀਦੀਆਂ ਪਾ ਕੇ, ਸਭ ਚੜ੍ਹਾਈ ਕਰ ਗਏ ਸੱਚਖੰਡ ਨੂੰ। ਭੱਜੇ ਸੂਰ ਹਜ਼ਾਰਾਂ ਸੂਰਮੇ ਜਿਹੜੇ ਆ ਭੱਜ ਕੇ, ਜਿਹੜੇ ਬੁਜ਼ਦਿਲ ਹੋ ਗਏ, ਹੈ ਤੇ ਸੂਰਮੇ ਸੀ ਲੜਨ ਆਏ, ਤੇ ਮੌਤ ਤੋਂ ਡਰਦੇ ਜਿਹੜੇ ਆ ਪਿੱਠ ਦੇ ਕੇ, ਹਜ਼ਾਰਾਂ ਹੀ ਸਤਿਗੁਰੂ ਜੀ ਕਹਿੰਦੇ ਡਰ ਕੇ ਭੱਜ ਗਏ ਭੰਗਾਣੀ ਦੇ ਯੁੱਧ ਵਿੱਚੋਂ। ਫਤਿਹ ਸ਼ਾਹ ਦੇ ਜਿਹੜੀ ਹੈ ਉਹ ਬੁਰਾ ਹਾਲ ਹੋਇਆ ਸੀ, ਇਹ ਜੰਗ 'ਚੋਂ ਹਾਰ ਖਾ ਕੇ ਗਿਆ ਸੀ। ਅਤੇ ਉਹ ਸੂਰਮਾ ਵੀ ਨਹੀਂ ਹੁੰਦਾ। ਗੁਰੂ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਕੱਟ ਮਰਿਆ ਕਬੂ ਨ ਛਾਡੈ ਖੇਤ। ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਸ ਤਰ੍ਹਾਂ ਸਤਿਗੁਰੂ ਜੀ ਦੇ ਜਿਹੜੇ ਸੂਰਮੇ ਆ, ਗੁਰੂ ਸਾਹਿਬ ਕਹਿੰਦੇ ਜਿਹੜੇ ਸਾਹਮਣੇ ਹੋ ਕੇ ਉੱਧਰੋਂ ਫਤਿਹ ਸ਼ਾਹ ਵੱਲੋਂ, ਇੱਧਰੋਂ ਸਿੱਖਾਂ ਵੱਲੋਂ ਜਿਹੜੇ ਸਾਹਮਣੇ ਹੋ ਕੇ ਲੜੇ, ਉਹ ਸਾਰੇ ਸ਼ਹੀਦ ਹੋ ਗਏ। ਅਤੇ ਕੁਝ ਜਿਹੜੇ ਪਹਾੜੀ ਰਾਜੇ ਦੇ ਸੂਰਮੇ ਹਜ਼ਾਰਾਂ ਹੀ ਉਹਦੇ ਬੁਜ਼ਦਿਲ ਹੋ ਕੇ ਡਰ ਡੁਰ ਕੇ ਭੱਜੇ, ਆਪਣੀ ਜਾਨ ਬਚਾਉਂਦੇ ਹੋਏ ਭੱਜੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਜੰਗ ਦਾ ਹਾਲ ਜਿਹੜਾ ਹੈ ਸਾਧ ਸੰਗਤ ਜੀ ਉਹ ਸੁਣਾ ਰਹੇ ਹੈ। ਆਪਾਂ ਜਿਹੜਾ ਹੈ ਬਾਕੀ ਦਾ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਜਿਹੜਾ ਹੈ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ। ਕਹਾ ਲੱਗੇ ਵਰਣਨ ਕਰੋ, ਮਚਿਓ ਜੁੱਧ ਅਪਾਰ। ਜੇ ਲੁੱਜੇ ਜੁੱਜੇ ਸਭੇ, ਭੱਜੇ ਸੂਰ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।